गुरगद्दी ते विराजमान शब्द गुरु अवतार बाण बहुत धन धन आद श्री गुरु ग्रंथ साहिब की पावन हजूरी अंदर सच बैठी गुरु खालसा साध संग जीओ। आओ जो चिरां तो आपां धन धन ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਨਿੱਤੇ ਦੁੱਖਾਂ ਕਲੇਸ਼ਾਂ ਕਾੜਿਆਂ ਸਾੜਿਆਂ ਰੋਗਾਂ ਸੋਗਾਂ ਫਿਕਰਾਂ ਚਿੰਤਾਵਾਂ ਤੋਂ ਬਚ ਜਾਈਏ, ਨਾਲ ਦੇ ਨਾਲ ਜਨਮਾਂ ਦੀ ਮਾਰ ਤੋਂ ਵੀ ਬਚੀਏ। ਅੱਜ ਉਹ ਸੁਣਦੇ ਦੇਖਦੇ ਆ ਰਹੇ ਆਪਾਂ 84 ਲੱਖ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੂਨੀਆਂ, ਇਹਨਾਂ ਤੋਂ ਵੀ ਸਾਨੂੰ ਛੁਟਕਾਰਾ ਮਿਲਦਾ। ਇਹ ਪਰ ਕਹਿਣ ਨੂੰ ਅਸੀਂ ਭਾਵੇਂ ਕਿੰਨਾ ਸੁਖਾਲਾ ਨੂੰ ਮੰਨ ਲਈਏ, ਸੁਖਾਲਾ ਹੈ ਵੀ ਬਹੁਤ, ਤੇ ਮੁਸ਼ਕਿਲ ਵੀ ਬਹੁਤ ਜ਼ਿਆਦਾ। ਯਾਰ ਮੁਸ਼ਕਿਲ ਦੀ ਪਹਿਲਾਂ ਆਪਾਂ ਗੱਲ ਕਰਦੇ, ਸਭ ਤੋਂ ਮੁਸ਼ਕਿਲ ਤਾਂ ਇਹ ਧਰਮ ਦਾ ਮਾਰਗ ਤੇ ਚੱਲਣਾ ਹੀ। ਧਰਮ ਦੇ ਮਾਰਗ ਤੇ ਚੱਲ ਕੇ ਗੁਰੂ ਨੂੰ ਇੰਨਾ ਖੁਸ਼ ਕਰ ਲੈਣਾ ਕਿ ਗੁਰੂ ਸਾਡੇ ਤੇ ਪਤੀਤ ਜਾਵੇ। ਜੇ ਨਾ ਪਤੀ ਸਕਿਆ, ਅਸੀਂ ਲੱਖ ਅਡੰਬਰ ਕਰ ਦੀ, ਲੱਖ ਯਤਨ ਕਰਦੀ, ਸੱਚ ਜਾਣਿਓ ਇਹ ਜਨਮ ਮਰਨ ਦਾ ਚੱਕਰ ਮਿਟਣ ਵਾਲਾ ਨਹੀਂ। ਕਾਰਨ ਜਿਹੜਾ ਨਾ ਮਿਟਣ ਵਾਲਾ ਦਾ ਕੋਈ ਕਾਰਨ ਤਾਂ ਹੋਊਗਾ ਨਾ। ਕਾਰਨ ਹੈ ਫਿਰ ਉਸ ਜਨਮਾਂ ਜਨਮਾਂਤਰਾਂ ਦੀ ਸਾਡੇ ਕੀਤੇ ਪਾਪ ਕਰਮਾਂ ਦੀ ਮੈਲ ਲੱਗੀ ਹੋਈ ਮਨ ਨੂੰ। ਜਿੰਨਾ ਚਿਰ ਉਹ ਮੈਲ ਲੱਗੀ ਹੋਈ ਕੀਤੇ ਪਾਪ ਕਰਮਾਂ ਦੀ ਮਨ ਤੋਂ ਨਹੀਂ ਉਤਰਦੀ, ਤੇ ਸੱਚ ਜਾਣਿਓ ਦਾਅਵੇ ਭਾਵੇਂ ਕੋਈ ਕਿੰਨੇ ਜ਼ਿਆਦੇ ਕਰੀ ਜਾਵੇ, ਵੈਸੇ ਪਾਤਸ਼ਾਹ ਨੇ ਗੁਰਬਾਣੀ ਜੀ ਕਹਿ ਦਿੱਤਾ, ਸਭ ਕਹਤੇ ਹੈ ਪਾਇਆ। ਸਾਰਾ ਜਹਾਨ ਜਿਹੜਾ ਹੈ ਨਾ, ਉਹ ਕਹਿੰਦਾ ਬਸ ਮੈਂ ਪਾ ਲਿਆ, ਮੈਂ ਪਾ ਲਿਆ। ਜਿਹੜੇ ਕਹਿੰਦੇ ਮੈਂ ਪਾ ਲਿਆ, ਉਹਨੂੰ ਪਤਾ ਕਿਸੇ ਗੱਲ ਦਾ ਵੀ ਨਹੀਂ। ਸੱਚ ਹੈ ਬਿਲਕੁਲ ਨਹੀਂ। ਜਿਹੜਾ ਕਹਿੰਦਾ ਮੈਂ ਜਾਣ ਲਿਆ, ਮੈਂ ਪਾ ਲਿਆ, ਉਹ ਬਿਲਕੁਲ ਅਣਜਾਣ ਨੇ, ਕੁਝ ਨਹੀਂ ਉਹਨਾਂ ਨੇ ਪਾਇਆ। ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਤੇ ਸੰਸਾਰ ਨੂੰ ਧੋਖਾ ਦੇ ਰਹੇ ਨੇ। ਕਾਹਦੇ ਵਾਸਤੇ? ਕੁਕਾਣੂ ਵੀ ਕੁਕਾਣੂ ਨਾ, ਸਿਰਫ ਆਪਣਾ ਰੋਟੀ ਰੋਜੀ ਚਲਾਉਣ ਵਾਸਤੇ। ਮੰਨ ਲਓ ਕਿ ਰੋਜੀ ਰੋਟੀ ਹੈ, ਰੋਜੀ ਰੋਟੀ ਦੀ ਲੋੜ ਨਹੀਂ, ਫਿਰ ਸੰਸਾਰ ਦੀ ਵਡਿਆਈ ਵਾਸਤੇ ਵੀ ਮੇਰੇ ਮਗਰ ਕਿੰਨੇ ਕੁ ਲੋਕ ਇਕੱਠੇ ਹੋ ਸਕਦੇ, ਮੇਰੇ ਮਗਰ ਕਿੰਨੇ ਕੁ ਲੋਕ ਇਕੱਠੇ ਹੋ ਸਕਦੇ, ਕਿੰਨੇ ਕੁ ਤੁਰ ਸਕਦੇ ਮੇਰੇ ਮਗਰ। ਉਹ ਆਪ ਨੂੰ ਵੀ ਧੋਖਾ ਦਿੰਦਾ, ਲੋਕਾਂ ਨੂੰ ਵੀ ਧੋਖਾ ਦਿੰਦਾ। ਪਾਤਸ਼ਾਹ ਨੇ ਗੁਰਬਾਣੀ ਸਾਨੂੰ ਸਮਝਾਈ ਗੱਲ, ਕਹਿੰਦੇ ਆਪ ਡੁੱਬੇ ਚੋਂ ਵੇਦਮੈ ਚੇਲੇ ਦੀਏ ਬਹਾਏ। ਕਹਿੰਦੇ ਆਪ ਤਾਂ ਡੁੱਬੇ ਡੁੱਬੇ ਸੀ, ਨਾਲ ਚੇਲਿਆਂ ਨੂੰ ਵੀ ਉਸੇ ਬਹਿਣ ਬੇਦੀ ਰੋੜ ਦਿੱਤਾ ਵੀ ਚਲੋ ਤੁਸੀਂ ਵੀ ਇਸੇ ਪਾਸੇ। ਇੱਕ ਪੁਰਾਣੀ ਗਾਥਾ ਹੈ ਪਿਆਰੇ ਸਿੱਖ ਇਤਿਹਾਸ ਵਿੱਚ,
ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੀ ਛੇਵੀਂ ਜੋਤ, ਧੰਨ ਧੰਨ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਇੱਕ ਵੀ ਸਿੱਖਾਂ ਦੇ ਨਾਲ ਜੰਗਲ ਵਿੱਚ ਜਾ ਰਹੇ ਨੇ। ਇੱਕ ਬਹੁਤ ਵੱਡਾ ਅਜਗਰ ਸੱਪ, ਅਜਗਰ ਸੱਪ ਹੁੰਦਾ ਬਹੁਤ ਵੱਡਾ ਭਾਰੀ, ਜਿਹੜਾ ਛੋਟੇ ਮੋਟੇ ਜਾਨਵਰਾਂ ਨੂੰ ਨਿਗਲ ਜਾਂਦਾ ਹੈ, ਬੰਦੇ ਨੂੰ ਵੀ ਨਿਗਲ ਜਾਂਦਾ ਹੈ, ਖਾ ਜਾਂਦਾ। ਪਰ ਉਹਨੂੰ ਅਜਗਰ ਸੱਪ ਕਹਿੰਦੇ। ਉਹਨੂੰ ਉਹ ਮਰਿਆ ਤਾਂ ਉਹਨੂੰ ਕੀੜੇ ਬੇਸ਼ੁਮਾਰ ਖਾ ਰਹੇ ਨੇ। ਤੇ ਸਿੱਖਾਂ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਪਾਤਸ਼ਾਹ ਐਡਾ ਵੱਡਾ ਸੱਪ ਪਹਿਲੀ ਵਾਰ ਦੇਖਿਆ, ਤੇ ਸੱਪ ਤੇ ਲੜ ਜਾਵੇ ਤਾਂ ਬੰਦਾ ਮਰ ਜਾਂਦਾ ਹੈ, ਆਹ ਕੀੜੇ ਨੂੰ ਖਾਈ ਜਾ ਰਹੇ ਨੇ। ਤੇ ਬੜਾ ਸੋਹਣਾ ਜਵਾਬ ਦਿੱਤਾ ਹੈ ਪਾਤਸ਼ਾਹ ਨੇ। ਉਹ ਕਹਿਣ ਲੱਗੇ ਗੁਰੂ ਸੀ, ਆੜੇ ਚੇਲਿਆ ਇਹ ਕੀੜੇ ਬਣੇ, ਕਿਉਂਕਿ ਪੂਰੇ ਗੁਰ ਤੇ ਮੁਕਤ ਨਾ ਹੋਈ। ਪੂਰਾ ਗੁਰੂ ਇਹਦਾ ਨਹੀਂ ਸੀਗਾ, ਇਹ ਮੁਕਤ ਨਹੀਂ ਹੋ ਸਕਿਆ, ਇਹ ਪੂਰਾ ਨਹੀਂ ਸੀ, ਤੇ ਇਹ ਚੇਲੇ ਮੁਕਤ ਨਹੀਂ ਹੋ ਸਕੇ। ਇਹ ਸੱਪ ਬਣਿਆ, ਇਹਦੇ ਚੇਲੇ ਜਿਹੜੇ ਸੀ ਉਹ ਕੀੜੇ ਬਣੇ। ਤੇ ਪਿਆਰੇ, ਹੁਣ ਫਿਰ ਆਪਾਂ ਵੀ ਅੰਦਾਜ਼ਾ ਲਾ ਲਈਏ ਵੀ ਆਪਾਂ ਸੱਪ ਬਣਨਾ ਹੈ ਕਿ ਆਪਾਂ ਕੀੜੇ ਬਣਨਾ ਹੈ। ਜੇ ਅਧੂਰੇ ਗੁਰੂ ਦੇ ਪਿੱਛੇ ਲੱਗਾਂਗੇ ਤੇ ਕਦੇ ਹੋ ਨਹੀਂ ਸਕਦੇ ਕੀੜੇ ਨਾ ਬਣੀਏ ਸੀ। ਤੇ ਆ ਗਈ ਗੱਲ ਜੂਨੀਆਂ ਦੀ, ਕਿਵੇਂ ਜੂਨੀਆਂ ਤੋਂ ਬਚ ਜਾਓਗੇ? ਜੂਨੇ ਤੋਂ ਬਚਣਾ ਬਹੁਤ ਔਖਾ ਪਿਆਰਾ। ਦੂਜੇ ਪਾਸੇ ਆਪਾਂ ਨਾਲ ਹੀ ਇਹ ਗੱਲ ਕਹੀ ਕਿ ਸੌਖਾ ਵੀ ਬੜਾ ਜੂਨੀਆਂ ਤੋਂ ਬਚਣਾ। ਤੇ ਸੌਖਾ ਇਸ ਕਰਕੇ ਆ ਪਿਆਰਿਓ, ਜੇ ਗੁਰੂ ਦੀ ਸਾਡੇ ਤੇ ਸਵਰਲੀ ਨਿਗਾਹ ਹੋ ਜਾਵੇ, ਮਿਹਰ ਭਰੀ ਨਿਗਾਹ ਹੋ ਜਾਵੇ, ਗੁਰੂ ਸਾਡੇ ਤੇ ਖੁਸ਼ ਹੋ ਜਾਵੇ। ਹੁਣ ਸਵਾਲ ਫਿਰ ਪੈਦਾ, ਸਵਾਲ ਤੇ ਸਵਾਲ ਹੁੰਦਾ, ਫਿਰ ਗੱਲ ਤੇ ਸਵਾਲ ਪੈਦਾ ਹੁੰਦਾ, ਗੁਰੂ ਖੁਸ਼ ਕਿਵੇਂ ਹੋ, ਗੁਰੂ ਦੀ ਸਾਡੇ ਨਜ਼ਰ ਕਿਵੇਂ ਪਾਊ? ਆਓ ਥੋੜਾ ਵਿਚਾਰੀਏ। ਅਸੀਂ ਘਰ ਤੋਂ ਚੱਲੇ, ਅਸੀਂ ਥੋੜਾ ਆਟਾ ਲਿਆ, ਬਈ ਮੈਂ ਗੁਰੂ ਦੇ ਦਰ ਤੇ ਚੱਲਿਆ ਤੇ ਭੇਟਾ ਲੈ ਕੇ ਚੱਲਿਆ। ਮੈਨੂੰ ਗੁਰੂ ਦੇਖੂ ਮੇਰੇ ਵਾਸਤੇ ਭੇਟਾ ਲੈ ਕੇ ਆਏ। ਮੈਂ ਕੁਝ ਕੁ ਪੈਸੇ ਗੋਲਕ ਵਿੱਚ ਪਾਏ ਭੇਟਾ ਵਜੋਂ, ਗੁਰੂ ਨੂੰ ਲੋੜ ਨਹੀਂ, ਭੇਟਾ ਵਜੋਂ, ਸਤਿਕਾਰ ਵਜੋਂ, ਬਈ ਮੈਨੂੰ ਗੁਰੂ ਦੀ ਮੇਰੇ ਤੇ ਨਿਗਾਹ ਪੈ ਜਾਵੇ। ਏਦਾਂ ਹੀ ਨਾ, ਸੋਹਣਾ ਅਸੀਂ ਰੁਮਾਲਾ ਲੈ ਕੇ ਆਏ, ਮਹਿੰਗੇ ਤੋਂ ਮਹਿੰਗਾ ਲੈ ਕੇ, ਬਈ ਗੁਰੂ ਸਾਹਿਬ ਦੇ ਉੱਤੇ ਦੇਵਾਂਗੇ, ਗੁਰੂ ਸਾਹਿਬ ਦੀ ਨਿਗਾਹ ਸਾਡੇ ਤੇ ਪੈ ਜਾਊਗੀ। ਅਸੀਂ ਘਰ ਤੋਂ ਦੇਗ ਬਣਾ ਕੇ ਲੈ ਕੇ, ਕੜਾਹ ਪ੍ਰਸ਼ਾਦ ਬਣਾ ਕੇ ਲੈ ਕੇ, ਬਈ ਅੱਜ ਮੈਂ ਗੁਰੂ ਨੂੰ ਪ੍ਰਸ਼ਾਦ ਛਕਾਉਣਾ ਤਾਂ ਕਿ ਮੇਰੇ ਤੇ ਖਾਸ ਕਰਕੇ ਨਿਗਾਹ ਪੈ ਜਾਵੇ। ਵਿਚਾਰਨ ਵਾਲੀਆਂ ਗੱਲਾਂ ਪਿਆਰਿਓ, ਧਿਆਨ ਦੇਣਾ। ਛੋਟੇ ਛੋਟੇ ਕਰਮ ਕਰਕੇ ਅਸੀਂ ਗੁਰੂ ਦੀ ਨਿਗਾਹ ਨੂੰ ਆਪਣੇ ਵੱਲ ਖਿੱਚਿਆ। ਤੇ ਇਹ ਗੱਲ ਨਹੀਂ ਕਿ ਗੁਰੂ ਨੇ ਦੇਖਿਆ ਨਹੀਂ ਸਾਨੂੰ, ਇਹ ਵੀ ਗੱਲ ਨਹੀਂ, ਗੁਰੂ ਦੀ ਸਾਡੇ ਦੀ ਨਿਗਾਹ ਪਈ, ਗੁਰੂ ਨੇ ਦੇਖਿਆ ਸਾਡੇ ਵੱਲ, ਵੀ ਮੇਰਾ ਸਿੱਖ ਆਟਾ ਲੈ ਕੇ ਆਇਆ, ਮੇਰਾ ਸਿੱਖ ਪੈਸੇ ਭੇਟਾ ਵਾਸਤੇ ਲੈ ਕੇ ਆਇਆ, ਮੇਰਾ ਸਿੱਖ ਮੇਰੇ ਵਾਸਤੇ ਬਸਤਰ ਲੈ ਕੇ ਆਇਆ, ਮੇਰਾ ਸਿੱਖ ਮੇਰੇ ਖਾਣ ਵਾਸਤੇ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆਇਆ।
ਗੁਰੂ ਨੇ ਦੇਖ ਲਿਆ। ਠੀਕ ਹੈ ਨਾ। ਤੇ ਜਦੋਂ ਅਸੀਂ ਗੁਰਦੁਆਰੇ ਤੋਂ ਬਾਹਰ ਨਿਕਲੇ, ਗੁਰੂ ਤੋਂ ਦੂਰ ਹੋਏ, ਅੱਖਾਂ ਤੋਂ ਥੋੜ੍ਹਾ ਜਿਹਾ ਪਰੇ ਹੋਏ, ਤੇ ਫਿਰ ਉਹੀ ਸਾਡੀ ਨਿਗਾਹ, ਉਹੀ ਸਾਡੀ ਚੁਗਲੀ, ਉਹੀ ਸਾਡੀ ਨਿੰਦਿਆ, ਉਹੀ ਬੇਗਾਨਾ ਹੱਕ ਖਾਣਾ, ਉਹੀ ਜੀਵਨ ਨੂੰ ਦੁੱਖ ਦੇਣਾ। ਕਦੇ ਇਹ ਨਹੀਂ ਸੋਚਿਆ ਪਿਆਰੋ ਕਿ ਜੇ ਮੈਨੂੰ ਉੱਥੇ ਬੈਠਾ ਦੇਖਦਾ ਸੀ ਨਾ, ਤੇ ਇੱਥੇ ਵੀ ਗੁਰੂ ਮੇਰੇ ਨਾਲ ਹੈ। ਗੁਰੂ ਨੇ ਦੇਖਣਾ ਸਾਨੂੰ ਥਾਂ ਥਾਂ ਤੇ। ਸਾਨੂੰ ਭੁਲੇਖਾ ਹੈ ਵੀ ਮੈਨੂੰ ਗੁਰਦੁਆਰੇ ਜਾਂ ਮੰਦਿਰ ਜਾਂ ਮਸਜਿਦ ਵਿੱਚ ਗੁਰੂ ਦੇਖਦਾ, ਬਾਹਰ ਨਹੀਂ ਦੇਖਦਾ। ਗੁਰੂ ਨੇ ਲਿਖ ਕੇ ਦਿੱਤਾ ਪਿਆਰੇ ਸਾਨੂੰ। ਉਹ ਕਹਿੰਦਾ ਮੈਂ ਤੈਨੂੰ ਸਭ ਜਗ੍ਹਾ ਤੇ ਦੇਖਦਾ ਹੈ, ਸਵਾਸ ਸਵਾਸ ਤੇਰਾ ਗਿਣਦਾ ਹੈ, ਸਵਾਸ ਸਵਾਸ ਤੇਰਾ ਆਉਂਦਾ ਜਾਂਦਾ ਦੇਖਦਾ ਹੈ। ਮੈਂ ਤੈਨੂੰ ਅੱਗੋਂ ਵੀ ਦੇਖਦਾ ਹੈ, ਮੈਂ ਤੈਨੂੰ ਪਿੱਛੋਂ ਵੀ ਦੇਖਦਾ ਹੈ, ਮੈਂ ਤੈਨੂੰ ਹਰ ਪੱਖ ਤੋਂ ਹਰ ਹਾਲਤ ਵਿੱਚ ਦੇਖਦਾ ਹੈ। ਪਰ ਅਸੀਂ ਬਾਹਰ ਦੇ ਗੁਰੂ ਨੂੰ ਕੋਲ ਮੰਨਿਆ, ਬਾਹਰ ਦੇ ਦੇਖਿਆ ਵੀ ਗੁਰੂ ਸਾਡੇ ਸਾਨੂੰ ਦੇਖਦਾ ਕਿ ਨਹੀਂ ਦੇਖਦਾ। ਅਸੀਂ ਕੇਵਲ ਤੇ ਕੇਵਲ ਧਰਮ ਸਥਾਨਾਂ ਦੇ ਗੁਰੂ ਨੂੰ ਕੈਦ ਕਰ ਲਿਆ ਵੀ ਇੱਥੇ ਆ ਗੁਰੂ, ਬਾਹਰ ਭਾਵੇਂ ਨਿੰਦਿਆ ਚੁਗਲੀ ਈਰਖਾ ਦੁਆਇ ਜੋ ਮਰਜ਼ੀ ਕਰੀ ਜਾਓ, ਬਾਹਰ ਦਾ ਕੋਈ ਚਿੰਤਾ ਨਹੀਂ। ਕਿੱਦਾਂ ਪਊਗੀ ਪਿਆਰੋ ਗੁਰੂ ਦੀ ਨਿਗਾਹ ਸਾਡੇ ਤੇ? ਜੇ ਉਹ ਜਾਣ ਕੇ ਅਸੀਂ ਧਰਮ ਸਥਾਨ ਤੇ ਹੁੰਦੇ ਹਾਂ, ਜੇ ਉਹ ਜਾਣ ਕੇ ਅਸੀਂ ਧਰਮ ਸਥਾਨ ਤੇ ਹੁੰਦੇ ਹਾਂ, ਤੇ ਮੈਂ ਇੱਕ ਗੱਲ ਜ਼ਰੂਰ ਕਹਿ ਦੇਵਾਂ, ਹਰ ਬੰਦਾ ਧਰਮ ਸਥਾਨ ਤੇ ਇੱਕ ਬਿਰਤੀ ਵਾਲਾ ਨਹੀਂ ਹੁੰਦਾ। ਕੋਈ ਮਾੜਾ ਦੇਖਣ ਵਾਲਾ ਹੁੰਦਾ ਹੈ, ਕੋਈ ਮਾੜਾ ਸੁਣਨ ਵਾਲਾ ਹੁੰਦਾ ਹੈ, ਕੋਈ ਈਰਖਾ ਕਰਨ ਵਾਲਾ ਹੁੰਦਾ ਹੈ। ਵੀ ਇਹਨੂੰ ਤੇ ਧਰਮ ਸਥਾਨ ਤੇ ਜੀ ਆਇਆ ਕਿਹਾ ਜਾਂਦਾ, ਮੈਨੂੰ ਪੁੱਛਿਆ ਹੀ ਨਹੀਂ। ਇਹਦਾ ਸਤਿਕਾਰ ਹੋ ਰਿਹਾ, ਮੈਨੂੰ ਕੋਈ ਪੁੱਛਦਾ ਹੀ ਨਹੀਂ, ਫਿਰ ਮੈਂ ਕਾਹਦਾ ਚੌਧਰੀ ਹਾਂ? ਤੇ ਗੁਰੂ ਨਾਲ ਪਿੱਠ ਮੋੜ ਦੇ ਵੀ ਮੈਂ ਨਹੀਂ ਆਉਂਦਾ, ਚਲਾ ਲੈਣਗੇ ਆਪਣਾ ਕੰਮ ਜਿੱਦਾਂ ਚੱਲਦਾ ਨਾ ਕੋਈ। ਪਰ ਗੁਰੂ ਘਰ ਦੇ ਕੰਮ ਕਦੇ ਰੁਕਦੇ ਹੁੰਦੇ ਆ? ਧਰਮ ਸਥਾਨ ਦੇ ਕੰਮ ਕਦੇ ਰੁਕੇ ਅੱਜ ਤੱਕ ਦੇਖੇ? ਪਤਾ ਨਹੀਂ ਕਿੰਨਿਆਂ ਨੇ ਮੂੰਹ ਮੋੜਿਆ ਤੇ ਕਿੰਨਾ ਨੇ ਮੂੰਹ ਕੀਤਾ। ਗੁਰੂ ਘਰ ਦੇ ਕੰਮ ਸਦਾ ਗੁਰੂ ਨੇ ਆਪ ਕਰਦੇ ਆ। ਸਾਨੂੰ ਤੇ ਇੱਕ ਨਾਂ ਸਾਡਾ ਰੱਖਦਾ ਉਹ, ਜਿੱਦਾਂ ਆਪਾਂ ਆਮ ਤੌਰ ਤੇ ਕਹਿੰਦੇ ਕਿਸੇ ਦੇ ਮੋਢੇ ਰੱਖ ਕੇ ਚਲਾ ਲਈ, ਗੁਰੂ ਤੇ ਸਾਡੇ ਮੋਢੇ ਤੇ ਰੱਖ ਕੇ ਚਲਾ ਰਹੇ, ਸਾਨੂੰ ਵਡਿਆਈ ਦੇ ਰਹੇ। ਉਹ ਅਸੀਂ ਲੈ ਸਕੀ ਜਾਂ ਨਾ ਲੈ ਸਕੀ। ਜੇ ਅਸੀਂ ਗੁਰੂ ਨੂੰ ਧਰਮ ਸਥਾਨ ਦੇ ਵਿੱਚ ਦੇਖਿਆ, ਤੇ ਜੇ ਬਾਹਰ ਵੀ ਦੇਖਾਂਗੇ ਵੀ ਗੁਰੂ ਸਾਡੇ ਵੱਲ ਦੇਖਦਾ ਹੈ, ਤੇ ਗੱਲ ਬਣ ਗਈ ਪਿਆਰਿਓ। ਗੁਰੂ ਅੰਗ ਸੰਗ ਰਹਿਣ ਲੱਗ ਜੂ ਤੇ ਗੁਰੂ ਅੰਗ ਸੰਗ ਰਹਿ ਗਿਆ। ਉੱਥੇ ਨਰਕ ਕੀ ਤੇ ਉੱਥੇ ਸਵਰਗ ਕੀ, ਉੱਥੇ ਜੂਨੀਆਂ ਕੀ ਤੇ ਉੱਥੇ ਧਰਮਰਾਜ ਕੀ। ਸਭ ਧਰਮਰਾਏ ਦਰ ਕਾਗਦ ਪਾੜੇ। ਫਿਰ ਧਰਮਰਾਜ ਇਹੋ ਜਿਹੇ ਬੰਦੇ ਦੇ ਕਾਗਜ਼ ਹੀ ਪਾੜ ਦਿੰਦਾ, ਕਦਾ ਚੱਕ। ਕਿਉਂ ਪਾੜੇ ਕਾਜ? ਸਵਾਲ ਤੇ ਸਵਾਲ ਹੈ, ਕਿਉਂ ਪਾੜੇ ਕਾਜ ਧਰਮਰਾਜ ਨੇ? ਕਿ ਗੁਰੂ ਪੂਰਾ ਹੈ। ਗੁਰੂ ਕਹਿੰਦਾ ਦੇ ਕੀਤੇ ਪਾਪ ਕਰਮ ਮੇਰੇ ਲੇਖੇ ਵਿੱਚ ਪਾ ਦੇ, ਮੈਂ ਜਾਣਾ ਤੇ ਤੂੰ ਜਾਣੇ। ਹੁਣ ਤੁਸੀਂ ਇਹ ਗੱਲ ਕਹੋਗੇ, ਫਿਰ ਇੱਕ ਸਵਾਲ ਕਰੋਗੇ ਵੀ ਗੁਰੂ ਕਿੰਨਿਆਂ ਕੁ ਦੇ ਕਾਗਜ਼ ਪੜਾ ਦੂਗਾ? ਗੁਰੂ ਕਿੰਨਿਆਂ ਕੁ ਦੇ ਪਾਪਾਂ ਕੀਤੇ ਹੋਏ ਪਾਪ ਕਰਮਾਂ ਦੇ ਔਗਣ ਜਿਹੜੇ ਆਪਣੇ ਤੇ ਲੈ ਲੂਗਾ? ਕਿੰਨੇ ਕੁ ਦੇ ਲੈ ਲੂਗਾ? ਪਰ ਸਾਰਾ ਸੰਸਾਰ ਜਾਣਦਾ, ਸਾਰਾ ਸੰਸਾਰ ਗੁਰੂ ਤੇ ਇੱਕ ਬਹੁਤ ਵੱਡੀ ਚੀਜ਼ ਆ। ਗੁਰੂ ਤੇ ਇੱਕ ਬਹੁਤ ਵੱਡੀ ਚੀਜ਼, ਖੁਦ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਤੇ ਪਰਮੇਸ਼ਰ ਇੱਕ ਹੈ, ਕੋਈ ਫਰਕ ਨਹੀਂ। ਸੰਸਾਰ ਵਿੱਚ ਤੁਸੀਂ ਸੁਣਿਆ ਹੋਊਗਾ, ਆਮ ਤੌਰ ਤੇ ਸੁਣਿਆ ਹੋਊਗਾ, ਸਤਿਯੁਗ ਦਾ ਜਨਕ ਰਾਜਾ
ਜਨਕ, ਇੱਕ ਗੱਲ ਯਾਦ ਰੱਖਣ ਵਾਲੀ ਪਿਆਰਿਓ, ਜਨਕ ਰਾਮਚੰਦਰ ਦਾ ਸਹੁਰਾ ਨਹੀਂ ਸੀਗਾ, ਉਹਦਾ ਨਾਮ ਵੀ ਜਨਕ ਸੀਗਾ। ਜਿੱਦਾਂ ਬਾਬਾ ਫਰੀਦ ਸਾਹਿਬ ਦੀ ਗੱਦੀ ਤੇ ਕੋਈ ਵੀ ਬੈਠੇ ਉਹ ਆਪਣੇ ਆਪ ਨੂੰ ਫਰੀਦ ਹੀ ਕਹਾਉਂਦਾ। ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਤੇ ਜਿਹੜਾ ਵੀ ਬੈਠਾ ਉਹਨੇ ਆਪਣੇ ਆਪ ਨੂੰ ਨਾਨਕੀ ਕਹਾਇਆ। ਕਬੀਰ ਦੀ ਗੱਦੀ ਤੇ ਅੱਜ ਵੀ ਜਿਹੜਾ ਕੋਈ ਗੁਰੂ ਗੱਦੀ ਤੇ ਬਹਿੰਦਾ ਹੈ ਉਹ ਅੱਜ ਵੀ ਆਪਣੇ ਆਪ ਨੂੰ ਕਬੀਰ ਕਹਾਉਂਦਾ। ਜਨਕ ਦਾ ਖਾਨਦਾਨ ਬਹੁਤ ਪਹਿਲਾਂ ਚੱਲਿਆ ਸੀ, ਜਿਸ ਜਨਕ ਨੇ 18 ਕੁੰਡ ਨਰਕਾਂ ਦੇ ਖਾਲੀ ਕੀਤੇ। 18 ਕੁੰਡ ਦੇ ਮਤਲਬ ਮਿਸਾਲ ਦਿੱਤੀ, ਭਾਵ ਸਾਰੇ ਨਰਕ ਖਤਮ ਕਰ ਦਿੱਤੇ। ਕੀ ਹੁਣ ਨਰਕਾਂ ਵਿੱਚ ਕਿਤੇ 1000, 2000, ਲੱਖ, ਕਰੋੜ, 2-4 ਕਰੋੜ ਹੋਣਗੇ? ਜੇ ਸਾਨੂੰ ਇੱਥੇ ਬੇਅੰਤ ਲੋਕ ਸੁਣਨ ਨੂੰ ਪੜ੍ਹਨ ਨੂੰ ਮਿਲਦੇ ਨੇ ਤੇ ਉੱਥੇ ਬੇਅੰਤ ਨਹੀਂ ਦਰਕਾਰ ਪੈ ਸਕਦੇ। ਉਹਨਾਂ 'ਚ ਪਸ਼ੂ ਵੀ ਆਉਂਦੇ, ਕੀੜੇ ਵੀ ਆਉਂਦੇ, ਮਕੌੜੇ ਵੀ ਆਉਂਦੇ, ਪਕਸ਼ੀ ਵੀ ਆਉਂਦੇ, ਬੰਦੇ ਵੀ ਆਉਂਦੇ। 84 ਲੱਖ ਜੂਨ ਵਿੱਚ ਆਉਂਦੀ। ਤੁਸੀਂ 1 ਜੂਨ ਦਾ ਅੰਦਾਜ਼ਾ ਨਹੀਂ ਲਾ ਸਕਦੇ, 84 ਲੱਖ ਜੂਨ ਦਾ ਅੰਦਾਜ਼ਾ ਕੌਣ ਲਾਓ? ਆਖਰ ਪੈਣਾ ਤੇ ਸਭ ਨੇ ਇਹਨਾਂ ਨਰਕਾਂ ਵਿੱਚ ਹੀ ਹੈ। ਨਰਕਾਂ ਵਿੱਚ ਦੀ ਹੋ ਕੇ ਨਿਕਲਣਾ ਪੈਣਾ ਹੈ। ਹਿਸਾਬ ਕਿਤਾਬ ਦੇ ਕਰਕੇ ਧਰਮਰਾਜ ਦੇ ਕੋਲ ਫਿਰ ਪਤਾ ਨਹੀਂ ਕਿਹੜੀ ਜੂ ਨਹੀਂ ਮਿਲਦੀ। ਸੱਪ ਦੀ ਮਿਲਣੀ, ਕੁੱਤੇ ਦੀ ਮਿਲਣੀ, ਕਾਂ ਦੀ ਮਿਲਣੀ, ਕਿਸ ਚੀਜ਼ ਦੀ ਗੰਦੀ ਮੰਦੀ ਜੂਨ ਮਿਲਣੀ, ਕੋਈ ਪਤਾ ਨਹੀਂ। ਲੇਕਿਨ ਉਹਨਾਂ ਨਰਕਾਂ ਵਿੱਚ ਦੀ ਲੰਘਣਾ ਸਭ ਨੂੰ ਪਊ। ਉਹਨਾਂ ਨਰਕਾਂ ਵੱਲ ਜਦੋਂ ਰਾਜਾ ਜਨਕ ਗਿਆ ਤੇ ਰਸਤਾ ਤੇ ਕੀ ਹੈ ਨਾ ਪਿਆਰੋ, ਧਰਮ ਦਾ ਰਸਤਾ ਤੇ ਕੀ ਆ? ਇਹ ਨਹੀਂ ਕਿ ਧਰਮ ਦੇ ਰਾਜ ਧਰਮਰਾਜ ਬੈਠਾ ਤੇ ਉਹ ਰਸਤੇ 2-4 ਹੋਣਗੇ। ਅਖੀਰ ਇੱਕ ਥਾਂ ਤੇ ਜਾ ਕੇ ਰਸਤਾ ਮਿਲਦਾ, ਭਾਵੇਂ ਬਾਹਰੋਂ ਲੱਖਾਂ ਰਸਤੇ ਹੋਣ ਧਰਮਾਂ ਦੇ ਅਨੁਸਾਰ। ਜਨਕ ਰਾਜਾ ਨਰਕਾਂ ਦੇ ਕੋਲ ਦੀ ਲੰਘਦਾ ਸੀ, ਧਰਮਰਾਜ ਕੋਲ ਜਾਣਾ ਸੀ। ਸ੍ਰੀ ਕਰਕੇ ਸਭ ਨੇ ਜਾਣਾ ਨਾ। ਕੋਈ ਕਿੰਨਾ ਵੱਡਾ ਸੰਸਾਰ ਤੇ ਆ, ਕੋਈ ਰਿਹਾ ਨਹੀਂ ਅਜੇ ਤੱਕ, ਨਾ ਰਹਿਣਾ। ਤਨ ਜਿਹਨੂੰ ਮਿਲਿਆ ਉਹਨੂੰ ਇੱਕ ਵਾਰੀ ਜਾਣਾ ਹੀ ਪੈਣਾ ਹੈ, ਤੇ ਜਾਣਾ ਵੀ ਧਰਮਰਾਜ ਦੇ ਕੋਲ ਪੈਣਾ ਹੈ। ਹੁਣ ਰਸਤੇ ਵਿੱਚ ਨਰਕ ਆ ਗਏ ਤੇ ਪਿਆਰੋ ਕੋਈ ਬੱਸੋਂ ਲੱਗ ਦੇ ਕੋਲ ਦੀ ਅਸੀਂ ਲੰਘਣਾ ਹੋਵੇ ਤੇ ਬੱਸੋਂ ਵਿੱਚੋਂ ਸਾਨੂੰ ਆਵਾਜ਼ ਆਉ ਨਾ। ਇੱਦਾਂ ਕਹਿ ਲਈਏ ਅਸੀਂ ਕੋਈ ਘਰ ਦੇ ਕੋਲ ਦੀ ਲੰਘਣਾ ਹੋਵੇ, ਕਿਸੇ ਪਿੰਡ ਦੇ ਕੋਲ ਦੀ ਲੰਘਣਾ ਹੋਵੇ ਤੇ ਆਵਾਜ਼ ਆਉ ਨਾ ਬੋਲਦਿਆਂ ਦੀ। ਤੇ ਜਨਕ ਰਾਜਾ ਵੀ ਜਦੋਂ ਨਰਕਾਂ ਦੇ ਕੋਲ ਦੀ ਲੰਘਣ ਲੱਗਾ ਨਾ ਤੇ ਹਾਏ 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 ਦੀ ਆਵਾਜ਼ ਆਈ ਤੇ ਰਾਜਾ ਜਨਕ ਜਿਹੜਾ ਸੀ ਨਾ ਉਹ ਨਰਕਾਂ ਵਾਲੇ ਪਾਸੇ ਨੂੰ ਚਲੇ ਗਿਆ। ਐਡਾ ਵੱਡਾ ਭਗਤ, ਤਿੰਨਾਂ ਲੋਕਾਂ ਵਿੱਚ ਮਸ਼ਹੂਰ, 3 ਲੋਕ ਨੂੰ ਜਾਣਨ ਵਾਲੇ, ਤੇ ਪਹਿਲਾਂ ਕਿੱਥੇ ਗਿਆ? ਨਰਕਾਂ ਨੂੰ। ਹੁਣ ਤੁਸੀਂ ਕਹੋ ਵੀ ਐਡਾ ਵੱਡਾ ਭਗਤ ਜਿਹਨੇ ਸਾਰੇ ਨਰਕ ਸ਼ਾਂਤ ਕਰ ਦਿੱਤੇ, ਸਾਰੇ ਨਰਕਾਂ ਦੇ ਪਾਪੀ ਜੀਵਾਂ ਨੂੰ ਮੁਕਤ ਕਰਾਤਾ, ਗੰਦੀਆਂ ਮੰਦੀਆਂ ਜੂਨੀਆਂ ਜਿਹੜਾ ਉਹਨਾਂ ਨੇ ਪੈਣਾ ਸੀਗਾ ਬਿਲਕੁਲ ਸਭ ਦੀ ਬੰਦ ਖਲਾਸੀ ਕਰ ਦਿੱਤੀ। ਹੁਣ ਨਵੇਂ ਸਿਰੇ ਤੋਂ ਉਹਨਾਂ ਦਾ ਜਨਮ ਆਰੰਭ ਹੋਣਾ, ਮੁਕਤ ਹੋ ਗਏ। ਮਰਜ਼ੀ ਉਹਨੂੰ ਪਰਮੇਸ਼ਰ ਉਹਨਾਂ ਨੂੰ ਕੋਈ ਤਾਕਤ ਦੇ ਕੇ ਦੁਨੀਆ ਦੇ ਭਲੇ ਵਾਸਤੇ ਭੇਜੇ, ਗੱਲ ਵੱਖਰੀ ਹੈ, ਨਹੀਂ ਤਾਂ ਮੁਕਤ ਹੋ ਗਏ, ਪਰਮੇਸ਼ਰ ਦੇ ਘਰ ਦੇ ਵਿੱਚ ਰਹਿਣ ਲੱਗੇ। ਸਾਰੇ ਨਰਕ, ਜੇ ਇੱਕ ਰਾਜਾ ਜਨਕ ਸਾਰੇ ਜੀਵਾਂ ਦੀ ਬੰਦ ਖਲਾਸੀ ਕਰ ਸਕਦਾ ਹੈ
ਤੇ ਗੁਰੂ ਪਿਆਰੋ, ਗੁਰੂ ਤੇ ਬਹੁਤ ਵੱਡੀ ਚੀਜ਼ ਹੈ। ਗੁਰੂ ਤੇ ਸਮਰੱਥ ਹੈ, ਗੁਰੂ ਤੇ ਪਰਮੇਸ਼ਰ ਹੈ ਕਿ ਉਹ ਸਾਰੇ ਜੀਵਾਂ ਦੇ ਪਾਪ ਨਾਸ਼ ਨਹੀਂ ਕਰ ਸਕਦਾ, ਕਰ ਸਕਦਾ, ਜੀਵਾਂ ਦੇ ਪਾਪ ਧੋ ਸਕਦਾ ਹੈ। ਇਸ ਵਾਸਤੇ ਪਿਆਰੋ ਗੱਲ ਸਾਰੀ ਸੁਣਦੇ ਆ ਖੜੀ ਹੋਈ। ਜੇ ਗੁਰੂ ਨੂੰ ਅਸੀਂ ਸੁਣਾਉਣੇ ਆ, ਅਸੀਂ ਗੁਰੂ ਨੂੰ ਸੁਣਾਉਂਦੇ ਆ, ਗੁਰੂ ਦੀ ਨਹੀਂ ਸੁਣਦੇ। ਸੱਚ ਜਾਣੋ, ਜਿੱਦਣ ਅਸੀਂ ਗੁਰੂ ਦੀ ਸੁਣਨ ਲੱਗ ਜਾਵਾਂਗੇ ਤੇ ਆਪਣੀ ਬੰਦ ਕਰ ਦੇਵਾਂਗੇ, ਆਪਣੀ ਗੱਲ ਬੰਦ ਕਰ ਦੇਵਾਂਗੇ, ਗੁਰੂ ਦੀ ਗੱਲ ਨੂੰ ਸੁਣਨ ਲੱਗ ਜਾਵਾਂਗੇ ਤੇ ਗੁਰੂ ਸਾਨੂੰ ਗੱਲ ਕਰਨ ਦਾ ਮੌਕਾ ਆਪ ਹੀ ਦੇ ਦੂ। ਗੁਰੂ ਸਾਨੂੰ ਗੱਲ ਕਰਨ ਦਾ ਮੌਕਾ ਆਪ ਹੀ ਦੇ ਦੂ। ਆ ਸਿੱਖਾ ਕਿਵੇਂ ਆਇਆ, ਆ ਕਿਵੇਂ ਆਇਆ, ਪੁੱਛੂਗਾ ਨਾ। ਆਪਾਂ ਕਿਸੇ ਦੇ ਘਰੇ ਜਾਂਦੇ ਹਾਂ ਤੇ ਪੁੱਛਦਾ ਹੀ ਨਾ ਅਗਲਾ ਆਪਾਂ ਨੂੰ ਵੀ ਆਓ ਭਾਈ ਵੀਰ ਭਰਾ ਕਿਵੇਂ ਆਇਆ। ਜੇ ਪਹਿਲਾਂ ਗੁਰੂ ਦੀ ਸੁਣਾਂਗੇ ਤਾਂ ਫਿਰ ਗੁਰੂ ਸਾਨੂੰ ਪੁੱਛੂਗਾ। ਉੱਦਾਂ ਨਹੀਂ, ਗੱਲ ਸੁਣਦੇ ਖੜੀ ਪਿਆਰਿਓ, ਸੁਣਦੇ ਚਿਰਾਂ ਤੋਂ ਵਿਚਾਰ ਆਰੰਭ ਵੀ ਸੁਣਨ ਤੋਂ ਬਗੈਰ ਮਨ ਜਿਹੜਾ ਪਾਪਾਂ ਦਾ ਭਰਿਆ ਹੋਇਆ ਸਾਫ਼ ਨਹੀਂ ਹੋ ਸਕਦਾ। ਸਮਾਂ ਹੋ ਗਿਆ, ਪਾਤਸ਼ਾਹ ਕਿਰਪਾ ਕਰੇ ਜਿੰਨੇ ਕੁ ਵਿਚਾਰ ਆਪਾਂ ਨੂੰ ਪਾਤਸ਼ਾਹ ਨੇ ਬਖਸ਼ ਕੀਤੀ ਹੈ ਨਾ, ਪ੍ਰਵਾਨ ਕਰ ਲੈਣੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰ ਦੇ। ਕੱਲ੍ਹ ਨੂੰ ਆਪਾਂ ਇਹ ਕਾਰਨ ਜਾਣਨ ਦਾ ਯਤਨ ਕਰਾਂਗੇ ਬਈ ਐਡਾ ਵੱਡਾ ਭਗਤ ਤੋਂ ਨਰਕਾਂ 'ਚ ਕਿਉਂ ਜਾਣਾ ਪਿਆ। ਜਿਨਨੇ ਸਾਰੇ ਨਰਕ ਖਾਲੀ ਕਰ ਦਿੱਤੇ, ਮੁਕਤ ਕਰਾਤੇ ਸਾਰੇ ਨਰਕਾਂ ਦੇ ਜੀਵ, ਬੇਅੰਤ ਜੀਵ, ਪਤਾ ਨਹੀਂ ਕਿੰਨੇ ਕੁ ਜੀਵ ਸੀ। ਹੁਣ 84 ਲੱਖ ਜੂਨ ਕੋਈ ਗਿਣ ਸਕਦਾ, ਬੇਅੰਤੀ ਹੈ ਨਾ। ਉੱਥੇ ਵੀ ਤੇ ਨਰਕ ਭਰੇ ਪਏ ਹੈ ਨਾ। ਉੱਥੇ ਕੀ ਕਰਨ ਚਲੇ ਗਏ, ਕਿਉਂ ਗਏ ਉੱਥੇ? ਫਿਰ ਹਰ ਗੱਲ ਦਾ ਕੋਈ ਕਾਰਨ ਹੁੰਦਾ। ਕਾਰਨ ਆਪਾਂ ਕੱਲ੍ਹ ਨੂੰ ਹੀ ਜਾਣਨ ਦਾ ਯਤਨ ਕਰਾਂਗੇ। ਪਾਤਸ਼ਾਹ ਕਿਰਪਾ ਕਰਨ। ਆਓ ਹੁਣ ਆਪਾਂ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।